ਹੈ ਕਿ ਜੀ ਅਸੀਂ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਏ ਦੀ ਤੁਹਾਨੂੰ ਸਬਸਿਡੀ ਦੇਵਾਂਗੇ ਟਰੈਕਟਰ ਦੇ ਉੱਤੇ। ਇਹਦੇ ਅੰਦਰ ਮਿਲਤ ਦਾ ਤੇ ਗਾਜ਼ੀ ਦਾ ਟਰੈਕਟਰ ਹੋਏਗਾ। ਤਰੀਕਾਕਾਰ ਤੇ ਇਹ ਹੈ ਕਿ ਕਿਸਾਨ ਦੇ ਕੋਲ ਹੋਏ ਕਿਸਾਨ ਕਾਰਡ। ਕਿਸਾਨ ਕਾਰਡ ਦੀ ਸ਼ਰਤ ਇਹ ਹੈ ਕਿ ਤੁਹਾਡੇ ਕੋਲ 1 ਏਕੜ ਤੋਂ ਲੈ ਕੇ 12.5 ਏਕੜ ਤੱਕ ਜ਼ਮੀਨ ਹੋਣੀ। ਸਰ ਜੀ ਇਹਦਾ ਸਭ ਤੋਂ ਪਹਿਲਾ ਤਰੀਕਾਕਾਰ ਤੇ ਇਹ ਹੈ ਕਿ ਕਿਸਾਨ ਦੇ ਕੋਲ ਹੋਏ ਕਿਸਾਨ ਕਾਰਡ। ਕਿਸਾਨ ਕਾਰਡ ਦੀ ਸ਼ਰਤ ਇਹ ਹੈ ਕਿ ਤੁਹਾਡੇ ਕੋਲ 1 ਏਕੜ ਤੋਂ ਲੈ ਕੇ 12.5 ਏਕੜ ਤੱਕ ਜ਼ਮੀਨ ਹੋਣੀ ਚਾਹੀਦੀ ਹੈ ਆਪਣੇ ਨਾਂ ਤੇ। ਤੇ ਜਿਸ ਨਾਂ ਤੇ ਮਤਲਬ ਕਿਸਾਨ ਕਾਰਡ ਬਣੇਗਾ ਤੇ ਨਾਲੇ ਤੁਹਾਡੇ ਕੋਲ ਇੱਕ ਸਿਮ ਹੋਣੀ ਚਾਹੀਦੀ ਹੈ ਤੁਹਾਡੀ, ਉਹ ਵੀ ਤੁਹਾਡੇ ਨਾਂ ਤੇ ਹੋਏ। ਉਹਦੇ ਤੇ 80-70 ਦੇ ਤੁਸੀਂ SMS ਕਰੋਗੇ ਆਪਣਾ ਸ਼ਨਾਖਤੀ ਕਾਰਡ ਨੰਬਰ, ਉਹਦੇ ਤੋਂ ਉਹ ਤਸਦੀਕ ਕਰਨਗੇ ਫਰਦ ਦੀ ਹਰ ਸ਼ੈ ਦੀ, ਤੁਹਾਡੇ ਸ਼ਨਾਖਤੀ ਕਾਰਡ ਦੀ। ਸ਼ਨਾਖਤੀ ਕਾਰਡ ਵੀ ਤੁਹਾਡਾ ਐਕਸਪਾਇਰ ਨਾ ਹੋਏ, ਮਤਲਬ ਕਿ ਬਿਲਕੁਲ ਠੀਕ ਹੋਏ। ਤੇ ਉਹਦੇ ਬਾਅਦ ਤੁਸੀਂ ਜੇ ਤੁਹਾਨੂੰ ਮੈਸੇਜ ਆ ਜਾਂਦਾ ਹੈ ਕਿ ਤੁਸੀਂ ਇਹ ਲਓ ਕਿਸਾਨ ਕਾਰਡ ਤੇ ਤੁਸੀਂ ਕਰੀਬੀ ਬੈਂਕ ਆਫ ਪੰਜਾਬ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਜਾਓ, ਉੱਥੇ ਉਹ ਬਾਇਓਮੈਟ੍ਰਿਕ ਤੇ ਆਪਣੀ ਫਰਦ ਵੀ ਲੈ ਜਾਓ, ਆਪਣਾ ਸ਼ਨਾਖਤੀ ਕਾਰਡ ਵੀ ਲੈ ਜਾਓ, ਉਹ ਸਿਮ ਵੀ ਲੈ ਜਾਓ ਜਿਹਦੇ ਤੇ SMS ਆਇਆ ਹੈ, ਉੱਥੇ ਤੁਹਾਡੀ ਉਹ ਤਸਦੀਕ ਕਰਨਗੇ ਔਰ ਤੇ ਉਧਰੋਂ ਤੁਹਾਨੂੰ ਆਪਣਾ ਕਿਸਾਨ ਕਾਰਡ ਮਿਲ ਜਾਏਗਾ। ਕਿਸਾਨ ਕਾਰਡ ਦੇ ਨਾਲ ਸਿਰਫ ਗ੍ਰੀਨ ਟਰੈਕਟਰ ਦੀ ਸਹੂਲਤ ਨਹੀਂ ਹੈ, ਤੁਹਾਨੂੰ ਉਹਦੇ ਤੇ ਕਰਜ਼ਾ ਵੀ ਮਿਲਦਾ 30,000 ਰੁਪਏ ਏਕੜ। ਤੇ ਉਹ ਕਰਜ਼ੇ ਨਾਲ ਤੁਸੀਂ ਮਤਲਬ ਕਢਾ ਨਹੀਂ ਸਕਦੇ ਪੈਸੇ, ਲੇਕਿਨ ਉਹਨਾਂ ਨੇ ਖਾਦ ਵਾਸਤੇ ਬੀਜ ਵਾਸਤੇ ਮੁxtਲਿਫ ਦੁਕਾਨਾਂ ਰੱਖੀਆਂ ਜੇ, ਉੱਥੇ ਤੁਸੀਂ ਨਾ ਆਪਣਾ ਉਹ ਇਸਤੇਮਾਲ ਕਰ ਸਕਦੇ ਹੋ ਖਾਦ ਬੀਜ ਲੈਣ ਵਾਸਤੇ ਗਵਰਨਮੈਂਟ ਰੇਟ ਤੇ। ਉਹਦੇ ਇਲਾਵਾ ਤੁਸੀਂ ਇਹਦੇ ਤੇ ਗ੍ਰੀਨ ਟਰੈਕਟਰ ਸਕੀਮ ਵਾਸਤੇ ਵੀ ਇਹ ਲਾਜ਼ਮੀ ਹੈ, ਤੁਸੀਂ ਕਿਸਾਨ ਕਾਰਡ ਲੈ ਲਓਗੇ ਤੇ ਫਿਰ ਗ੍ਰੀਨ ਟਰੈਕਟਰ ਸਕੀਮ ਵਾਸਤੇ ਵੀ ਤੁਸੀਂ ਐਪਲੀਕੇਬਲ ਹੋ ਜਾਓਗੇ। ਲੇਕਿਨ ਗ੍ਰੀਨ ਟਰੈਕਟਰ ਸਕੀਮ ਦਾ ਇਹ ਹੈਗਾ ਕਿ ਕਿਸਾਨ ਕਾਰਡ ਤੋਂ ਇਲਾਵਾ ਤੁਹਾਡੇ ਕੋਲ ਕਮ ਸੇ ਕਮ 5 ਏਕੜ ਜ਼ਮੀਨ ਆਪਣੇ ਨਾਂ ਤੇ ਹੋਣੀ ਚਾਹੀਦੀ ਹੈ ਤੁਹਾਡੇ। ਕਮ ਸੇ ਕਮ 5 ਏਕੜ ਜ਼ਮੀਨ ਹੋਏਗੀ ਤੇ ਉਹਦੇ ਬਾਅਦ ਤੁਸੀਂ ਗ੍ਰੀਨ ਟਰੈਕਟਰ ਸਕੀਮ ਵਾਸਤੇ ਅਪਲਾਈ ਕਰੋਗੇ। ਗ੍ਰੀਨ ਟਰੈਕਟਰ ਸਕੀਮ ਦਾ ਅਜੇ ਉਹਨਾਂ ਉਹ ਨਹੀਂ ਦਿੱਤਾ ਤਰੀਕਾਕਾਰ, ਲੇਕਿਨ ਉਹਨਾਂ ਦੱਸ ਦਿੱਤਾ ਕਿ ਜੀ ਅਸੀਂ ਜ਼ਿਆਦਾ ਤੋਂ ਜ਼ਿਆਦਾ 15 ਲੱਖ ਰੁਪਏ ਦੀ ਤੁਹਾਨੂੰ ਸਬਸਿਡੀ ਦੇਵਾਂਗੇ ਟਰੈਕਟਰ ਦੇ ਉੱਤੇ। ਇਹਦੇ ਅੰਦਰ ਮਿਲਤ ਦਾ ਤੇ ਗਾਜ਼ੀ ਦਾ ਟਰੈਕਟਰ ਹੋਏਗਾ, ਹੋਰ ਕੋਈ ਟਰੈਕਟਰ ਨਹੀਂ ਹੈ। ਤੇ ਉਹਦੇ ਬਾਅਦ ਤੁਹਾਡੇ 20,000 ਟਰੈਕਟਰ ਦੇਣਗੇ, ਉਹ ਫਿਰ ਕੁਰਾਨਦਾਜ਼ੀ ਕਰਨਗੇ ਕਿ 20,000 ਕਿਹੜੇ ਖੁਸ਼ਨਸੀਬ ਬੰਦੇ ਨੇ। ਤੇ ਉਹ ਕਹਿੰਦੇ ਨੇ ਅਸੀਂ 5 ਲੱਖ ਕਿਸਾਨ ਕਾਰਡ ਬਣਾ ਰਹੇ ਹਾਂ, ਮਤਲਬ 5 ਲੱਖ ਬੰਦੇ ਇਹਦੇ ਵਿੱਚ ਕੁਰਾਨਦਾਜ਼ੀ ਦੇ ਵਿੱਚ ਆਣਗੇ। ਤੇ ਉਹਦੇ ਬਾਅਦ ਤੁਸੀਂ ਮਤਲਬ ਕਿ ਟਰੈਕਟਰ ਤੁਸੀਂ ਜਦੋਂ ਤੁਹਾਡਾ ਨਾਂ ਨਿਕਲ ਆਏਗਾ ਬੈਂਕ ਆਫ ਪੰਜਾਬ ਤੁਹਾਨੂੰ ਦੱਸ ਦੇਗਾ, ਫਿਰ ਤੁਸੀਂ ਉਹ ਨੋਟੀਫਿਕੇਸ਼ਨ ਲੈ ਕੇ ਸਾਡੇ ਕੋਲ ਆ ਜਾਓਗੇ ਤੇ ਤੁਹਾਡਾ ਟਰੈਕਟਰ ਤੁਹਾਨੂੰ ਅਸੀਂ ਦੇ ਦਿਆਂਗੇ ਬੁੱਕ ਕਰਾ ਕੇ। ਦੇਖੋ ਜੀ ਕੰਪਨੀ ਨੇ ਆਪਣੇ ਪੇਜ ਤੇ ਕੱਲ ਇਸ਼ਤਿਹਾਰ ਦਿੱਤਾ ਬਕਾਇਦਾ ਤੌਰ ਤੇ ਜੀ 15 ਲੱਖ ਰੁਪਏ ਦੀ ਬੱਚਤ ਦੇਵਾਂਗੇ ਤੇ ਮਜ਼ੀਦ ਡਿਟੇਲ ਵਾਸਤੇ ਆਪਣੇ ਮਤਲਬ ਕਰੀਬੀ ਸਾਡੇ ਆਥੋਰਾਈਜ਼ਡ ਡੀਲਰਾਂ ਕੋਲ ਰਾਬਤਾ ਕਰੋ। ਤੁਸੀਂ ਵੀ ਆਥੋਰਾਈਜ਼ਡ ਡੀਲਰ ਹੋ, ਅਸੀਂ ਤਾਂ ਤੁਹਾਡੇ ਕੋਲ ਪਹੁੰਚੇ। ਸਾਡੇ ਜ਼ਿਮੀਂਦਾਰਾਂ ਦੇ ਬਹੁਤ ਅੱਛੇ ਤੁਸੀਂ ਹੈਲਪ ਕੀਤੀ, ਦੱਸਿਆ ਤਰੀਕਾਕਾਰ ਸਾਰਾ। ਤੇ ਜਿਹੜੇ ਮਜ਼ੀਦ ਜਿਹਨਾਂ ਠੇਕੇ ਤੇ ਲਈ ਜ਼ਮੀਨ ਉਹਨਾਂ ਦਾ ਕੀ ਬਣੇਗਾ ਜੀ? ਉਹਨਾਂ ਦਾ ਕੁਝ ਵੀ ਨਹੀਂ ਬਣੇਗਾ ਕਿਉਂਕਿ ਉਹਨਾਂ ਦੇ ਨਾਂ ਤੇ ਜ਼ਮੀਨ ਕੋਈ ਨਹੀਂ। ਇਹਦੀ ਸ਼ਰਤ ਹੈ ਕਿ ਕਮ ਸੇ ਕਮ 5 ਏਕੜ ਤੁਹਾਡੇ ਨਾਂ ਤੇ ਹੋਏ, ਕਿਉਂਕਿ ਗਵਰਨਮੈਂਟ ਨੂੰ ਕੰਪਨੀ ਨੂੰ ਸਿਕਿਉਰਿਟੀ ਚਾਹੀਦੀ ਹੈ ਕਿਉਂਕਿ ਉਹ ਟਰੈਕਟਰ ਸਬਸਿਡਾਈਜ਼ ਕਰ ਰਹੇ ਨੇ। ਤੇ ਨਾਲੇ ਉਹਨਾਂ ਦੇ ਹਿਸਾਬ ਨਾਲ 1 ਏਕੜ ਜਿਹਦੇ ਕੋਲ ਜ਼ਮੀਨ ਹੈ ਜਾਂ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਤੇ ਉਹਨੂੰ ਟਰੈਕਟਰ ਦੀ ਲੋੜ ਕੋਈ ਨਹੀਂ। ਤੇ ਉਹ ਕਹਿੰਦੇ ਨੇ ਕਮ ਸੇ ਕਮ ਜਿਹਦੇ ਕੋਲ 5 ਏਕੜ ਹੋਏ ਤੇ ਉਹਨੂੰ ਲੋੜ ਹੈ ਤੇ ਅਸੀਂ ਉਹਨੂੰ ਟਰੈਕਟਰ ਦਈਏ ਤਾਂ ਕਿ ਟਰੈਕਟਰ ਮਿਸਯੂਜ਼ ਨਾ ਹੋਏ। ਇਹ ਨਾ ਹੋਏ ਕਿ ਕੋਈ ਬੰਦਾ ਹਾਊਸਿੰਗ ਸੁਸਾਇਟੀ ਦੇ ਵਿੱਚ ਇਸਤੇਮਾਲ ਕਰ ਰਿਹਾ ਜਾਂ ਸੜਕਾਂ ਸਾਫ਼ ਕਰਨ ਵਾਸਤੇ ਇਸਤੇਮਾਲ ਕਰ ਰਿਹਾ, ਕਿਸਾਨ ਨੂੰ ਉਹਦਾ ਟਰੈਕਟਰ ਪਹੁੰਚੇ। ਵੇਖੋ ਜੀ, ਇਹ ਜਿਹੜੇ ਪਾਕਿਸਤਾਨ ਤੁਹਾਨੂੰ ਪਤਾ ਪਾਕਿਸਤਾਨੀ ਕਿਵੇਂ ਦੇ ਨੇ, ਇਹ ਬੜੇ ਜਗਾੜ ਕੱਢ ਲੈਂਦੇ। ਤੇ ਘੁੰਮਣ ਨੂੰ ਵੀ ਪਤਾ ਲੱਗ ਗਿਆ ਵੀ ਇਹ ਪਾਕਿਸਤਾਨੀ ਜਗਾੜ ਕੱਢਦੇ ਨੇ। ਤੇ ਉਹਨਾਂ ਨੇ ਦੱਸਿਆ ਨਾ ਵੀ ਤੁਸੀਂ ਪੈਸੇ ਉਂਝ ਕਢਾ ਨਹੀਂ ਸਕਦੇ, ਜ਼ਰੂਰਤ ਦੀ ਸ਼ੈਵਾਂ ਹੀ ਖਰੀਦੋਗੇ। ਇਹ ਬੜੀ ਅੱਛੀ ਕਾਵਸ਼ ਅਗਰ ਇਹਦੇ ਤੇ ਅਮਲ ਦਰਾਮਦ ਹੁੰਦਾ ਤੇ। ਬਿਲਕੁਲ ਸਰ, ਇੱਕ ਹੋਰ ਵੀ ਸਵਾਲ ਆ ਕਿ ਜਿਨ੍ਹਾਂ ਲੋਕਾਂ ਨੇ 7% ਲਿਆ ਆ ਪਹਿਲੇ ਤੋਂ ਟਰੈਕਟਰ ਲਿਆ, ਕਿਆ ਉਹ ਲੋਕ ਅਪਲਾਈ ਕਰ ਸਕਦੇ ਨੇ ਵਿੱਚ? ਨਹੀਂ ਜੀ, ਜਿਨ੍ਹਾਂ ਨੇ 7% ਤੇ ਟਰੈਕਟਰ ਲਿਆ ਹੈ ਤੇ ਜਿਹੜੇ ਲੋਕੀ ਡਿਫਾਲਟ ਕੀਤੇ ਨੇ ਕਿਸੇ ਵੀ ਬੈਂਕ ਦੇ ਲੋਨ ਦੇ ਵਿੱਚ, ਉਹ ਟਰੈਕਟਰ ਨਹੀਂ ਲੈ ਸਕਦੇ। ਉਹ ਨਹੀਂ ਲੈ ਸਕਦੇ। ਇਹ ਗੱਲ। ਤੇ ਮਜ਼ੀਦ ਇੱਕ ਸਵਾਲ ਹੈ, ਕਾਫੀ ਬੰਦੇ ਕਮੈਂਟ ਕੀਤੇ ਨੇ ਕਿ ਜਿਨ੍ਹਾਂ ਦੇ 12 ਏਕੜ ਤੋਂ ਜ਼ਿਆਦਾ ਰਕਬਾ ਹੈ ਉਹ ਵੀ ਅਹਿਲ ਹੈ ਨੇ ਆ ਗ੍ਰੀਨ ਟਰੈਕਟਰ ਸਕੀਮ ਵਾਸਤੇ। ਵੇਖੋ, ਉਹ ਗ੍ਰੀਨ ਟਰੈਕਟਰ ਸਕੀਮ ਵਾਸਤੇ ਇਸ ਵਜ੍ਹਾ ਤੋਂ ਅਹਿਲ ਨਹੀਂ ਹੈਗੇ ਕਿਉਂਕਿ ਉਹਨਾਂ ਦਾ ਕਿਸਾਨ ਕਾਰਡ ਨਹੀਂ ਬਣੇਗਾ। ਜੇ ਤੇ ਉਹਨਾਂ ਦਾ ਕਿਸਾਨ ਕਾਰਡ ਬਣ ਜਾਂਦਾ ਹੈ ਫਿਰ ਉਹ ਗ੍ਰੀਨ ਟਰੈਕਟਰ ਸਕੀਮ ਦੇ ਅਹਿਲ ਨੇ, ਲੇਕਿਨ ਕਿਸਾਨ ਕਾਰਡ ਬਣੇਗਾ ਹੀ ਨਹੀਂ 12.5 ਏਕੜ ਤੋਂ ਉੱਤੇ, ਉਹ ਇੱਕ ਕਿਸਮ ਦੇ ਅਹਿਲ ਨਹੀਂ ਹੈਗੇ। ਠੀਕ ਹੈ। ਕਈ ਸਾਡੇ ਬਜ਼ੁਰਗ ਨੇ ਕਹਿ ਰਹੇ ਨੇ ਸਾਡਾ ਪਹਿਲਾਂ ਵੀ ਕਿਸਾਨ ਕਾਰਡ ਬਣਿਆ ਹੈ, ਉਹ ਵੀ ਕੀ ਐਕਟਿਵ ਹੋ ਸਕਦਾ ਜਾਂ ਦੁਬਾਰਾ ਨਵਾਂ ਰੀਨਿਊ ਕਰਨਾ ਪਏਗਾ? ਨਹੀਂ ਜੀ, ਉਹ ਰੀਨਿਊ ਕਰਨਾ ਪਏਗਾ। ਇਹਦੀ ਐਕਸਪਾਇਰੀ ਡੇਟ ਹੁੰਦੀ ਹੈ। ਹੁਣ ਵੀ ਜਿਹੜਾ ਕਾਰਡ ਹੈ 2024-2025 ਵਾਸਤੇ ਤੁਹਾਡਾ ਬਣ ਰਿਹਾ ਹੈ। ਤੁਹਾਡਾ 30 ਜੂਨ 2025 ਤੱਕ ਦਾ ਕਾਰਡ ਹੈ। ਉਹਦੇ ਬਾਅਦ ਤੁਹਾਨੂੰ ਰੀਨਿਊ ਕਰਨਾ ਪਏਗਾ। ਜੇ ਤੇ ਗਵਰਨਮੈਂਟ ਤੁਹਾਨੂੰ ਰੀਨਿਊ ਕਰ ਦਿੰਦੀ ਹੈ ਤੇ ਫਿਰ ਤੇ ਤੁਸੀਂ ਅਹਿਲ ਹੋ ਬਿਲਕੁਲ। ਅੱਛਾ। ਮਤਲਬ ਕੰਪਨੀ ਨੇ ਕਿਹਾ ਜੀ 15 ਲੱਖ ਰੁਪਏ ਤੁਹਾਨੂੰ ਸਬਸਿਡੀ ਦੇਵਾਂਗੇ, ਯਾਨੀ ਕਿ 21 ਲੱਖ ਦਾ। ਇਹ ਗੱਲ ਮੈਂ ਦੱਸ ਦਿਆਂ, 15 ਲੱਖ ਹਰ ਕਿਸੇ ਨੂੰ ਨਹੀਂ ਮਿਲੇਗੀ। ਉਹਨਾਂ ਕਿਹਾ ਜੀ ਜ਼ਿਆਦਾ ਤੋਂ ਜ਼ਿਆਦਾ 15 ਲੱਖ, ਕਿਉਂਕਿ ਉਹ ਵੇਖਣਗੇ ਕਿ ਇਹਨਾਂ ਦਾ ਮਤਲਬ ਏਕੜ ਦਾ ਕੀ ਹਿਸਾਬ ਹੈ, ਬਕਾਇਆ ਆਪਣੀ ਅਕਾਊਂਟਸ ਵਗੈਰਾ ਤੁਹਾਡੇ ਉਹ ਚੈੱਕ ਕਰਨਗੇ, ਨਾਦਰਾ ਚੈੱਕ ਕਰੇਗੀ, ਲੈਂਡ ਰੈਵਨਿਊ ਚੈੱਕ ਕਰੇਗੀ ਤੇ ਉਹਦੇ ਬਾਅਦ ਉਹ ਡਿਸਾਈਡ ਕਰੇਗੀ ਕਿ 15 ਲੱਖ ਮਿਲੇਗਾ, 13 ਲੱਖ ਮਿਲੇਗਾ, 10 ਲੱਖ ਮਿਲੇਗਾ ਤੇ ਉਹ ਉਸ ਟਾਈਮ ਡਿਸਾਈਡ ਹੋਏਗਾ। ਠੀਕ ਹੋ ਗਿਆ। ਅੱਛਾ ਭਾਈਜਾਨ, ਮਜ਼ੀਦ ਇਸ ਇਲਾਵਾ ਇਹ ਦੱਸੋ ਜੀ, ਅਗਰ ਕੋਈ ਜ਼ਿਮੀਂਦਾਰ ਚਾਹੁੰਦਾ ਹੈ ਟਰੈਕਟਰ ਮੈਂ 85 ਲੈਣਾ ਹੈ, ਉਹ ਕਿਵੇਂ ਮੁੰਤਖਬ ਕਰ ਸਕੇ, ਕਿਹੜਾ ਉਹਨੂੰ ਟਰੈਕਟਰ ਮਿਲੇਗਾ?
ਜੀ ਅਜੇ ਇਹਨਾਂ ਦੇ ਫੋਰਮ ਨਹੀਂ ਆਏ, ਲੇਕਿਨ ਜਦੋਂ ਇਹਨਾਂ ਦੇ ਫੋਰਮ ਆਣਗੇ ਤੇ ਉਸ ਫੋਰਮ ਦੇ ਉੱਤੇ ਇਹ ਖਾਨਾ ਹੋਏਗਾ ਜਿੱਥੇ ਤੁਸੀਂ ਲਿਖ ਸਕੋਗੇ ਕਿ ਕਿਹੜਾ ਟਰੈਕਟਰ ਤੁਸੀਂ ਕਿਹੜੀ ਕੰਪਨੀ ਦਾ ਕਿਹੜਾ ਟਰੈਕਟਰ ਮੁੰਤਖਬ ਕਰਨਾ। ਅੱਛਾ ਅੱਛਾ, ਮਤਲਬ ਉਹ ਆਪਸ਼ਨ ਹੋਏਗਾ ਮੌਜੂਦ ਹੈ ਜੀ ਬਿਲਕੁਲ। ਤੇ ਕਾਫੀ ਜ਼ਿਮੀਂਦਾਰ ਕਹਿ ਰਹੇ ਹੁੰਦੇ ਨੇ ਕਿਵੇਂ ਅਪਲਾਈ ਕਰਨਾ, ਕਿ ਹੁਣ ਅਸੀਂ ਅਪਲਾਈ ਕਰ ਸਕਦੇ ਹਾਂ ਜਾਂ ਆਏਗੇ ਜੇ ਆਫਰ ਹੈ? ਨਹੀਂ, ਫਿਲਹਾਲ ਆਪਣੀ ਫਰਦ ਓਕੇ ਕਰ ਲੈਣ, ਆਪਣੀ ਸਿਮ ਓਕੇ ਕਰ ਲੈਣ, ਆਪਣਾ ਸ਼ਨਾਖਤੀ ਕਾਰਡ ਜੇ ਐਕਸਪਾਇਰ ਹੈ ਓਕੇ ਕਰ ਲੈਣ। ਜੀ ਜੀ। ਅਜੇ ਤੱਕ ਗਵਰਨਮੈਂਟ ਨੇ ਇਹਦੇ ਫਾਰਮ ਨਹੀਂ ਦਿੱਤੇ ਅੱਛਾ ਤੇ ਬਿਹਤਰ ਹੈ ਕਿ ਆਪਣੀ ਹਰ ਸ਼ੈ ਓਕੇ ਕਰਕੇ ਰੱਖਣ ਕਿ ਜਦੋਂ ਫਾਰਮ ਆਏ ਤੇ ਫੌਰੀ ਤੌਰ ਤੇ ਜਮ੍ਹਾਂ ਕਰਾ ਸਕਣ। ਫਿਲਹਾਲ ਫਾਰਮ ਇਹਦੇ ਕਿਤੇ ਵੀ ਦਸਤਿਆਬ ਨਹੀਂ ਹੈਗੇ, ਗਵਰਨਮੈਂਟ ਨੇ ਫਾਰਮ ਨਹੀਂ ਦਿੱਤੇ ਨੇ। ਅੱਛਾ, ਅਗਰ ਇਹ ਸਾਰਾ ਮੁਕੰਮਲ ਹੋ ਜਾਂਦਾ ਹੈ ਤੇ ਜ਼ਮੀਂਦਾਰ ਡੀਲਰ ਨਾਲ ਆਣ ਕੇ ਰਾਬਤਾ ਕਰਨਗੇ, ਉਹ ਅੱਗੋਂ ਸਾਰਾ ਜਦੋਂ ਪ੍ਰੋਸੀਜਰ? ਨਾ ਇਹਨਾਂ ਦਾ ਨਿਕਲ ਆਏਗਾ ਤੇ ਉਹਦੇ ਬਾਅਦ ਆਪਣੇ ਮੁਤਲਕਾ ਡੀਲਰ ਦੇ ਕੋਲ ਜਾ ਕੇ ਉਹਦੇ ਨਾਲ ਰਾਬਤਾ ਕਰਨ ਤੇ ਫਿਰ ਉਹ ਟਰੈਕਟਰ ਉਹਨਾਂ ਦਾ ਬੁੱਕ ਕਰ ਦੇਣਾ। ਅੱਛਾ, ਕੰਪਨੀ ਤੋਂ ਸਾਰੀ ਡਿਟੇਲ ਵਗੈਰਾ ਦੇ ਬਿਲਕੁਲ, ਉਹਦੀ ਇੱਕ ਨੋਟੀਫਿਕੇਸ਼ਨ ਇਹਨਾਂ ਨੂੰ ਆਏਗੀ, ਉਹ ਨੋਟੀਫਿਕੇਸ਼ਨ ਲੈ ਕੇ ਤੇ ਡੀਲਰ ਦੇ ਕੋਲ ਆ ਜਾਣ, ਡੀਲਰ ਫਿਰ ਅਗਲੀ ਕਾਰਵਾਈ ਕਰ ਲੇਗਾ। ਜੀ ਭਾਈਜਾਨ, ਬੈਂਕ ਕਿਹੜਿਆਂ ਦੇ ਨਾਲ ਉਹਨਾਂ ਨੇ ਐਡਜਸਟ ਜੀ ਬੈਂਕ ਆਫ ਪੰਜਾਬ ਦੇ ਨਾਲ, ਆਪਣੀ ਕਰੀਬੀ ਜਿਹੜੀ ਵੀ ਬ੍ਰਾਂਚ ਹੈ ਬੈਂਕ ਆਫ ਪੰਜਾਬ, ਉਹਦੇ ਨਾਲ ਰਾਬਤਾ ਕਰੋਗੇ ਤੁਹਾਡਾ ਕੰਮ।